ਬਾਹਰਲਿਆਂ ਦਾ ਸਾਨੂੰ ਕੋਈ ਪਤਾ ਨਹੀਂ ਕਿ ਉਹ ਕਿਸ ਵਕਤ ਕਿਸ ਤਰ੍ਹਾਂ ਯਾਦ ਕਰ ਰਹੇ ਨੇ ਮੁਫਤੀ ਸਾਹਿਬ ਨੂੰ ਜਾਂ ਨਹੀਂ ਕਰ ਰਹੇ। ਲੇਕਿਨ ਮਕਾਮੀ ਤੌਰ 'ਤੇ ਅਫਸੋਸ ਹੋਇਆ ਕਿ ਇੱਥੋਂ ਦੇ ਲੋਕ ਉਹਨਾਂ ਨੂੰ ਭੁੱਲ ਗਏ ਨੇ। ਦੋਸਤੋ, ਉਹਨਾਂ ਦਾ ਜ਼ਿਕਰ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਕਿ ਇਸ ਵੀਡੀਓ ਨੂੰ ਦੇਖਣ ਵਾਲੇ ਨਵੇਂ ਦੋਸਤ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਔਰ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ बिस्मिल्लाहिर्रहमानिर्रहीम। दोस्तों अस्सलामुअलैकुम। अल्लाह ताला अगे दुआ है इस वीडियो ਨੂੰ ਦੇਖਣ ਵਾਲੇ ਦੋਸਤ ਬਜ਼ੁਰਗ ਭੈਣਾਂ ਤੇ ਭਾਈ, ਅੱਲਾਹ ਤਾਲਾ ਅੱਗੇ ਦੁਆ ਹੈ ਕਿ ਇਹਨਾਂ ਸਭ ਨੂੰ ਸਿਹਤ ਤੇ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਦੇਵੇ। ਦੋਸਤੋ, ਅੱਜ ਮੈਂ ਜਿਹੜੀ ਵੀਡੀਓ ਬਣਾਉਣੀ ਚਾਹ ਰਿਹਾ ਇਹ ਆਖਰ ਤੱਕ ਜ਼ਰੂਰ ਦੇਖਿਆ ਜੇ ਤਾਂ ਕਿ ਇਸ ਵੀਡੀਓ ਦੇ ਵਿੱਚ ਜਿਹੜੀ ਮੈਂ ਗੁਫ਼ਤਗੂ ਕਰਨੀ ਹੈ ਉਸ ਗੁਫ਼ਤਗੂ ਦੇ ਉੱਤੋਂ ਤੁਸੀਂ ਵੀ ਕੁਝ ਫਾਇਦਾ ਹਾਸਲ ਕਰ ਸਕੋ। ਉਹ ਗੁਫ਼ਤਗੂ ਮੈਂ ਕਿਹੜੀ ਕਰਨੀ ਚਾਹ ਰਿਹਾ? ਉਹ ਗੁਫ਼ਤਗੂ ਇਹ ਕਰਨੀ ਚਾਹ ਰਿਹਾ ਕਿ ਜਦੋਂ ਤੁਹਾਡਾ ਜਾਂ ਸਾਡੇ ਵਾਲਿदैन ਦੁਨੀਆ ਤੋਂ ਰੁਖਸਤ ਹੋ ਜਾਣ ਤੇ ਉਹਨਾਂ ਅਗਰ ਕੁਝ ਕੰਮ ਦੁਨੀਆ ਦੇ ਉੱਤੇ ਅੱਛੇ ਕੀਤੇ ਹੋਣ, ਸਮਾਜੀ ਹਵਾਲੇ ਨਾਲ, ਦੀਨ ਦੀ ਖਿਦਮਤ ਦੇ ਹਵਾਲੇ ਨਾਲ ਜਾਂ ਸਿਆਸੀ ਤੌਰ ਤੇ ਉਹਨਾਂ ਦਾ ਨਾਂ ਜ਼ਿੰਦਾ ਕਿਸ ਤਰ੍ਹਾਂ ਰੱਖਿਆ ਜਾ ਸਕਦਾ ਹੈ। ਜਿਸ ਤਰ੍ਹਾਂ ਕਿ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਵੀ ਮੈਨੂੰ ਮੇਰਾ ਕੋਈ ਤਾਰਫ ਪੁੱਛੇ ਤੇ ਮੈਂ ਉਹਨੂੰ ਮੁਹੰਮਦ ਸ਼ਬੀਰ ਅੰਸਾਰੀ ਦੀ ਬਜਾਏ ਸ਼ਬੀਰ ਗੁਲਾਮ ਹੈਦਰ ਅੰਸਾਰੀ ਦੱਸਣਾ ਵਾ ਤਾਂ ਕਿ ਪੁੱਛਣ ਵਾਲੇ ਨੂੰ ਇਹ ਪਤਾ ਚੱਲ ਜਾਏ ਕਿ ਮੇਰਾ ਨਾਂ ਤੇ ਸ਼ਬੀਰ ਹੈ, ਲੇਕਿਨ ਅੱਗੇ ਜਿਹੜਾ ਗੁਲਾਮ ਹੈਦਰ ਅੰਸਾਰੀ ਲਿਖਿਆ ਜਾਂ ਬੋਲਿਆ ਜਾਂ ਦੱਸਿਆ ਉਹ ਮੇਰੇ ਵਾਲਿਦ ਸਾਹਿਬ ਦਾ ਨਾਂ ਹੈ। ਔਰ ਜਿਹੜੇ ਸ਼ੋਬੇ 'ਚ ਮੈਂ ਕੰਮ ਕਰਨਾ ਵਾ, ਮਸਲਨ ਸਮਾਜੀ ਸ਼ੋਬੇ 'ਚ, ਤੇ ਉਹਦੇ ਵਿੱਚ ਵੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਕਿਰਦਾਰ ਮੇਰੇ ਵਾਲਿਦ ਸਾਹਿਬ ਨੇ ਲੋਕਾਂ ਦੀ ਖਿਦਮਤ ਵਾਸਤੇ ਕੀਤਾ ਉਸ ਕਿਰਦਾਰ ਨੂੰ ਜ਼ਿੰਦਾ ਰੱਖ ਸਕਾਂ। ਮੇਰੇ ਵਾਲਿਦ ਸਾਹਿਬ ਦੀ ਜ਼ਿੰਦਗੀ ਇਸ ਤਰ੍ਹਾਂ ਦੀ ਹੈ ਕਿ ਅੱਜ ਤੱਕ ਕਿਸੇ ਬੰਦੇ ਵੀ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਕੋਈ ਉਂਗਲੀ ਨਹੀਂ ਚੁੱਕੀ ਤੇ ਮੈਂ ਚਾਹੁੰਦਾ ਵਾਂ ਕਿ ਉਹਨਾਂ ਦੇ ਕਿਰਦਾਰ ਨੂੰ ਜ਼ਿੰਦਾ ਰੱਖਣ ਵਾਸਤੇ ਮੈਨੂੰ ਵੀ ਉਹ ਕੰਮ ਕਰਨੇ ਚਾਹੀਦੇ ਨੇ। ਔਰ ਅਗਲੀ ਗੱਲ ਜਿਹੜੀ ਮਜ਼ੀਦ ਮੈਂ ਕਰਨਾ ਚਾਹੁੰਦਾ ਵਾਂ ਕਿ ਸੁਣਿਆ ਵੱਡਿਆਂ ਕੋਲੋਂ, ਉਸਤਾਦਾਂ ਕੋਲੋਂ ਕਿ ਜਿਸ ਬੰਦੇ ਕੋਲੋਂ ਤੁਸੀਂ ਤਾਲੀਮ ਹਾਸਲ ਕਰਦੇ ਹੋ ਉਹ ਬੰਦਾ ਤੁਹਾਡਾ ਉਸਤਾਦ ਵੀ ਹੁੰਦਾ ਹੈ ਔਰ ਰੂਹਾਨੀ ਬਾਪ ਵੀ ਹੁੰਦਾ ਹੈ। ਉਹਨੂੰ ਰੂਹਾਨੀ ਬਾਪ ਦਾ ਦਰਜਾ ਦਿੱਤਾ ਜਾਂਦਾ ਹੈ। ਉਹਦੇ ਕੋਲ ਤਾਲੀਮ ਤੁਸੀਂ ਦੁਨਿਆਵੀ ਹਾਸਲ ਕਰਦੇ ਹੋ ਜਾਂ ਦੀਨ ਦੀ ਹਾਸਲ ਕਰਦੇ ਹੋ, ਉਹ ਇਨਸਾਨ ਤੁਹਾਡਾ ਉਸਤਾਦ ਵੀ ਹੈ ਤੇ ਰੂਹਾਨੀ ਬਾਪ ਵੀ ਹੈ। ਜਿਸ ਤਰ੍ਹਾਂ ਤੁਸੀਂ ਆਪਣੇ ਬਾਪ ਦੀ ਇੱਜ਼ਤ ਵਾਸਤੇ ਉਹਨਾਂ ਦੇ ਨਾਂ ਨੂੰ ਜ਼ਿੰਦਾ ਰੱਖਣ ਵਾਸਤੇ ਕੋਸ਼ਿਸ਼ ਕਰਦੇ ਹੋ, ਉਸੇ ਤਰ੍ਹਾਂ ਤੁਹਾਡੇ ਜ਼ਿੰਮੇ ਇਹ ਗੱਲ ਲੱਗਦੀ ਹੈ ਕਿ ਤੁਸੀਂ ਆਪਣੇ ਉਸਤਾਦ ਦੀ, ਰੂਹਾਨੀ ਬਾਪ ਦੀ ਵੀ ਇੱਜ਼ਤ ਕਰੋ ਔਰ ਉਸ ਦੇ ਨਾਂ ਨੂੰ ਜ਼ਿੰਦਾ ਰੱਖੋ। ਜਿਸ ਤਰ੍ਹਾਂ ਦਾ ਉਹਨਾਂ ਕਿਰਦਾਰ ਅਦਾ ਕੀਤਾ, ਤੁਹਾਨੂੰ ਪੜ੍ਹਾਉਣ ਵਾਸਤੇ, ਤੁਹਾਨੂੰ ਸਮਝਾਉਣ ਵਾਸਤੇ, ਮੁਆਸ਼ਰੇ ਦੇ ਵਿੱਚ ਚੱਲਣ ਫਿਰਨ ਦਾ ਤਰੀਕਾ ਦੱਸਿਆ, ਉਸੇ ਹਵਾਲੇ ਦੇ ਨਾਲ ਉਸ ਉਸਤਾਦ ਦੀ ਵੀ ਇੱਜ਼ਤ ਕਰੋ ਔਰ ਉਹਨਾਂ ਦੇ ਨਾਂ ਨੂੰ ਜ਼ਿੰਦਾ ਰੱਖੋ। ਇਹ ਸਾਰੀਆਂ ਗੱਲਾਂ ਕਰਨ ਤੋਂ ਬਾਅਦ ਮੈਂ ਜਿਨ੍ਹਾਂ ਦਾ ਜ਼ਿਕਰ ਕਰਨਾ ਚਾਹ ਰਿਹਾ ਉਹ ਬੜੀ ਵੱਡੀ ਮਜ਼ਹਬੀ ਸ਼ਖਸੀਅਤ ਹੋਏ ਨੇ ਔਰ ਉਹਨਾਂ ਦਾ ਵਿਸਾਲ ਤਕਰੀਬਨ ਅਜੇ 1 ਸਾਲ ਨਹੀਂ ਹੋਇਆ ਤੇ ਅੱਜ ਉਹਨਾਂ ਦੇ ਬਾਰੇ 'ਚ ਮੈਨੂੰ ਬਹੁਤ ਯਾਦ ਆ ਰਹੀ ਸੀ ਤੇ ਮੈਂ ਸੋਚਿਆ ਕਿ ਕਿਉਂ ਨਾ ਉਹਨਾਂ ਦੇ ਬਾਰੇ 'ਚ ਵੀ ਗੁਫ਼ਤਗੂ ਕੀਤੀ ਜਾ ਸਕੇ, ਕਿਉਂਕਿ ਉਹ ਇੱਕ ਐਸੀ ਸ਼ਖਸੀਅਤ ਹੋਏ ਨੇ ਕਿ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਦੀਨ ਦੀ ਖਿਦਮਤ ਕੀਤੀ ਔਰ ਹਜ਼ਾਰਾਂ ਤਾਲਿਬ ਇਲਮਾਂ ਨੂੰ ਦੀਨ ਦੱਸਿਆ
ਕੁਰਾਨ ਮਜੀਦ ਦੀ ਤਾਲੀਮ ਦਿੱਤੀ ਔਰ ਹਾਫਜ਼ ਬਣਾਇਆ। ਮੇਰਾ ਉਹਨਾਂ ਦੇ ਨਾਲ ਤਲਕ ਸਿਰਫ ਇੰਨਾ ਕੁ ਹੈ ਕਿ ਮੇਰੇ ਵਾਲਿਦ ਸਾਹਿਬ ਦੇ ਉਹ ਦੋਸਤ ਸਨ, ਭਾਈ ਸਨ, ਔਰ ਸਮਝ ਲਓ ਕਿ ਦੀਨੀ ਮਾਮਲੇ ਦੇ ਵਿੱਚ ਉਹ ਮੇਰੇ ਵਾਲਿਦ ਸਾਹਿਬ ਦੇ ਰਹਿਨੁਮਾ ਵੀ ਸਨ, ਕਿਉਂਕਿ ਮੇਰੇ ਵਾਲਿਦ ਸਾਹਿਬ ਵੀ ਇੱਕ ਮਸਜਿਦ ਦੀ ਖਿਦਮਤ ਕਰਦੇ ਸਨ, ਉਹਦੇ ਜ਼ਿੰਮੇਦਾਰ ਸਨ ਇੰਤਜ਼ਾਮੀਆ ਦੇ ਵਿੱਚ। ਅਤੇ ਜਦੋਂ ਕੋਈ ਕਿਸੇ ਕਾਰੀ ਦੀ ਜਾਂ ਮੈਂਬਰ 'ਤੇ ਬੈਠ ਕੇ ਵਾਜ਼ ਕਰਨ ਵਾਲੇ ਮੌਲਵੀ ਦੀ ਜ਼ਰੂਰਤ ਪੈਂਦੀ ਸੀ ਅਤੇ ਉਹ ਮੌਲਵੀ ਸਾਹਿਬ ਉਹਨਾਂ ਦੀ ਇਹ ਜ਼ਰੂਰਤ ਪੂਰੀ ਕਰਦੇ ਸਨ। ਉਹ ਮੌਲਵੀ ਸਾਹਿਬ ਕਿਹੜੇ ਸਨ? ਉਹ ਕਿਹੜੀ ਐਸੀ ਇੱਕ ਸ਼ਖਸੀਅਤ ਸੀ ਜਿਨ੍ਹਾਂ ਦਾ ਮੈਂ ਜ਼ਿਕਰ ਕਰਨਾ ਚਾਹ ਰਿਹਾ। ਅਤੇ ਦੋਸਤੋ, ਉਹਨਾਂ ਦੇ ਜ਼ਿਕਰ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਕਿ ਇਸ ਵੀਡੀਓ ਨੂੰ ਦੇਖਣ ਵਾਲੇ ਨਵੇਂ ਦੋਸਤ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਔਰ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਅਤੇ ਦੋਸਤੋ, ਬਕਾਇਦਾ ਵੀਡੀਓ ਦਾ ਆਗਾਜ਼ ਕਰਨਾ ਵਾ ਮੈਂ, ਔਰ ਉਸ ਸ਼ਖਸੀਅਤ ਦਾ ਮੈਂ ਤੁਹਾਨੂੰ ਨਾਂ ਵੀ ਦੱਸਣਾ ਵਾ, ਔਰ ਮੇਰੇ ਨਾਲ ਜਿਹੜੇ ਚੰਦ ਇੱਕ ਮਾਮਲਾਤ ਹੋਏ ਉਹਨਾਂ ਨੂੰ ਮਿਲਦਿਆਂ ਜਾਂ ਉਹਨਾਂ ਦੀ ਖਿਦਮਤ ਕਰਦਿਆਂ, ਜਾਂ ਜਿਹੜੇ ਉਹਨਾਂ ਦੇ ਆਖਰੀ ਅਯਾਮ ਨੇ ਜ਼ਿੰਦਗੀ ਦੇ ਅਲਾਲਤ ਦੀ ਹਾਲਤ ਵਿੱਚ ਮੈਂ ਉਹਨਾਂ ਦਾ ਪਤਾ ਲੈਣ ਜਾਂਦਾ ਸਾਂ। ਅਤੇ ਉਸ ਦੌਰਾਨ ਜਿਹੜੀ ਕੋਈ ਉਹਨਾਂ ਨਾਲ ਗੁਫ਼ਤਗੂ ਹੁੰਦੀ ਸੀ ਉਹਦੀ ਵੀ ਕੋਸ਼ਿਸ਼ ਕਰਾਂਗਾ ਕਿ ਜ਼ਿਕਰ ਕਰ ਦਿਆਂ, ਲੇਕਿਨ ਉਹ ਗੁਫ਼ਤਗੂ ਦਾ ਜ਼ਿਕਰ ਕਰਾਂ ਕਿ ਜਿਹੜੇ ਸਾਡੀ ਸਮਝ ਵਾਸਤੇ ਜ਼ਰੂਰੀ ਹੈ। ਉਹਨਾਂ ਜਿਸ ਤਰ੍ਹਾਂ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਬੇਟਾ, ਜ਼ਿੰਦਗੀ ਦੇ ਵਿੱਚ ਤੁਹਾਨੂੰ ਕਿਹੜੀਆਂ ਚੀਜ਼ਾਂ ਦੀ ਕਮੀ ਆ ਸਕਦੀ ਹੈ ਅਤੇ ਕਿਹੜੀਆਂ ਚੀਜ਼ਾਂ ਤੁਹਾਨੂੰ ਜ਼ਰੂਰੀ ਨੇ ਕਿ ਜਿਹਦੀ ਵਜ੍ਹਾ ਤੋਂ ਤੁਸੀਂ ਆਪਣੀ ਜ਼ਿੰਦਗੀ ਨੂੰ ਬਿਹਤਰ ਕਰ ਸਕਦੇ ਹੋ। ਉਹਨਾਂ ਦਾ ਨਾਂ ਹੈ ਅਬੂ ਜ਼ਿਆ ਮੁਫਤੀ ਗੁਲਾਮ ਨਬੀ ਜਮਾਤੀ ਸਾਹਿਬ ਅਕਬਰੀ ਰਹਿਮਤੁल्लाह अलैह। ਉਹਨਾਂ ਦਾ ਪੀਰਖਾਨਾ ਅਲੀਪੁਰ ਸਜਦਾ ਸ਼ਰੀਫ ਹੈ, ਔਰ ਉਹ ਬਜ਼ੁਰਗ ਅਬੂ ਜ਼ਿਆ ਮੁਫਤੀ ਗੁਲਾਮ ਨਬੀ ਜਮਾਤੀ ਸਾਹਿਬ ਆਪਣੇ ਪੀਰਾਂ ਦੇ ਖਲੀਫਾ ਨੇ। ਜਿੰਨੀ ਜ਼ਿੰਦਗੀ ਉਹਨਾਂ ਦੀ ਗੁਜ਼ਰੀ ਹੈ, ਉਹਨਾਂ ਦੇ ਮੁਰੀਦ ਹੋਣ ਤੋਂ ਬਾਅਦ ਉਹ ਗੱਖੜ ਸ਼ਹਿਰ ਦੇ ਵਿੱਚ ਉਹਨਾਂ ਦੇ ਖਲੀਫਾ ਰਹੇ ਨੇ। ਔਰ ਕਮਾਲ ਇਹ ਵੇ ਕਿ ਉਹਨਾਂ ਅੱਜ ਤੱਕ ਆਪਣਾ ਕੋਈ ਮੁਰੀਦ ਨਹੀਂ ਕੀਤਾ। ਜਿਹੜੇ ਵੀ ਮੁਰੀਦ ਬਣਨ ਵਾਸਤੇ ਆਏ ਨੇ, ਜਿਨ੍ਹਾਂ ਨੇ ਇਹ ਇਜ਼ਹਾਰ ਕੀਤਾ ਕਿ ਮੈਂ ਮੁਰੀਦ ਬਣ ਜਾਵਾਂ ਇਹਨਾਂ ਦਾ, ਉਹਨਾਂ ਆਪਣੀ ਬਜਾਏ ਆਪਣੇ ਪੀਰਖਾਨੇ ਲੈ ਕੇ ਗਏ ਔਰ ਉਸ ਜਗ੍ਹਾ ਦੇ ਉੱਤੇ ਉਹਨਾਂ ਨੂੰ ਬੈਤ ਕਰਵਾਇਆ। ਇਹ ਸੀ ਉਹਨਾਂ ਦੀ ਆਲਾ ਜ਼ਰਫੀ ਦੀ ਇੱਕ ਮਿਸਾਲ ਕਿ ਸਾਰੀ ਜ਼ਿੰਦਗੀ ਉਹਨਾਂ ਆਪਣੇ ਪੀਰਖਾਨੇ ਨੂੰ ਅਹਿਮੀਅਤ ਦਿੱਤੀ ਔਰ ਪੀਰਖਾਨੇ ਨੂੰ ਹੀ ਆਪਣਾ ਸਭ ਕੁਝ ਸਮਝਿਆ। ਅੱਗੇ ਚੱਲ ਕੇ ਮੈਂ ਇੱਕ ਗੱਲ ਕਰਨੀ ਚਾਹੁੰਦਾ ਵਾਂ ਕਿ ਮੇਰੇ ਵਾਲਿਦ ਸਾਹਿਬ ਜਦੋਂ ਇਸ ਦੁਨੀਆ ਤੋਂ ਰੁਖਸਤ ਹੋਏ ਅਤੇ ਮੇਰਾ ਉਹਨਾਂ ਨਾਲ ਕੋਈ ਐਡਾ ਖਾਸ ਮਿਲਣ ਗਿਲਣ ਨਹੀਂ ਸੀ ਮੁਫਤੀ ਸਾਹਿਬ ਨਾਲ, ਕਿਉਂਕਿ ਵਾਲਿਦ ਸਾਹਿਬ ਹੀ ਇਹ ਕੰਮ ਕਰਦੇ ਸਨ। ਅਸੀਂ ਇਸ ਕੰਮ ਵਿੱਚ ਹਿੱਸਾ ਘੱਟ ਲੈਂਦੇ ਸਾਂ, ਜਾਂ ਸਾਨੂੰ ਜਿਹੜਾ ਕੋਈ ਕੰਮ ਆਉਂਦੇ ਸਨ ਉਹ ਅਸੀਂ ਕਰਦੇ ਸਾਂ। ਬਾਕੀ ਇੰਨਾ ਸਾਡਾ ਮਿਲਣ ਗਿਲਣ ਮੁਫਤੀ ਸਾਹਿਬ ਦੇ ਨਾਲ ਨਹੀਂ ਸੀ। ਉਹਨਾਂ ਦੇ ਅੱਛੇ ਹੋਣ ਦੀ ਇੱਕ ਗੱਲ ਮੈਂ ਦੱਸਦਾ ਵਾਂ। ਇੱਕ ਦਿਨ ਮੈਂ ਆ ਰਿਹਾ ਸੀ, ਰਸਤੇ ਦੇ ਵਿੱਚ ਮੈਨੂੰ ਮਿਲ ਪਏ ਅਤੇ ਮੈਨੂੰ ਕਹਿੰਦੇ ਨੇ ਕਿ ਬੇਟਾ, ਤੁਹਾਡੇ ਵਾਲਿਦ ਸਾਹਿਬ ਸਾਡਾ ਜਿਹੜਾ ਮਦਰਸਾ ਹੈ ਉਹਦੀ ਹਰ ਸਾਲ ਖਿਦਮਤ ਕਰਦੇ ਸਨ, ਲੇਕਿਨ ਹੁਣ ਉਹ ਦੁਨੀਆ 'ਤੇ ਨਹੀਂ, ਅਤੇ ਤੁਹਾਡੇ ਅੱਗੇ ਅਪੀਲ ਹੈ ਕਿ ਤੁਸੀਂ ਮਦਰਸੇ ਦੀ ਖਿਦਮਤ ਕਰੋ। ਅਤੇ ਮੈਂ ਉਸੇ ਟਾਈਮ ਮੇਰੇ ਕੋਲ ਜੋ ਹੈ ਸੀ ਉਹ ਮੈਂ ਮਦਰਸੇ ਦੀ ਖਿਦਮਤ ਵਾਸਤੇ ਪੇਸ਼ ਕੀਤਾ। ਮੁਲਾਕਾਤ ਉਹਨਾਂ ਦੇ ਘਰ ਦੇ ਸਾਹਮਣੇ ਮੇਰੀ ਹੋਈ ਅਤੇ ਮੈਨੂੰ ਕਹਿੰਦੇ ਨੇ, ਬੇਟਾ 1 ਮਿੰਟ ਰੁਕੋ, ਇੱਥੇ ਤੁਹਾਨੂੰ ਜਿਹੜੀ ਹੈ ਨਾ ਇਹਨਾਂ ਪੈਸਿਆਂ ਦੀ ਰਸੀਦ ਲਿਆ ਦਿਆਂ। ਅਤੇ ਮੈਂ ਕਿਹਾ, ਮੁਫਤੀ ਸਾਹਿਬ, ਮੈਨੂੰ ਇਹਨਾਂ ਪੈਸਿਆਂ ਦੀ ਰਸੀਦ ਦੀ ਕੋਈ ਜ਼ਰੂਰਤ ਨਹੀਂ, ਇਸ ਲਈ ਕਿ ਤੁਸੀਂ ਸਾਡੇ ਬਜ਼ੁਰਗ ਹੋ ਔਰ ਦੀਨ ਦਾ ਕੰਮ ਕਰਦੇ ਹੋ। ਅਤੇ ਮੈਂ ਇਹ ਗੱਲ ਕਰਕੇ ਨਾ ਤੁਰ ਪਿਆ ਉੱਥੋਂ, ਔਰ ਉਹ ਅੰਦਰ ਚਲੇ ਗਏ ਰਸੀਦ ਲੈਣ। ਲੇਕਿਨ ਮੈਂ ਉਹਨਾਂ ਦਾ ਇੰਤਜ਼ਾਰ ਨਾ ਕੀਤਾ, ਕਿਉਂਕਿ ਮੈਨੂੰ ਉਹਨਾਂ ਦੀ ਜ਼ਾਤ ਉੱਤੇ ਇੰਨਾ ਜ਼ਿਆਦਾ ਇਤਬਾਰ ਸੀ
ਕਿ ਮੈਨੂੰ ਜ਼ਰੂਰਤ ਹੀ ਨਹੀਂ ਸੀ ਕਿ ਮੈਂ ਉਹਨਾਂ ਕੋਲ ਰਸੀਦ ਮੰਗਾਂ ਜਾਂ ਉਹ ਮੈਨੂੰ ਦੇਣ। ਲੇਕਿਨ ਜਿਸ ਤਰ੍ਹਾਂ ਹੀ ਮਗਰਬ ਦਾ ਟਾਈਮ ਹੋਇਆ ਤੇ ਮੇਰੇ ਦਰਵਾਜ਼ੇ ਨੂੰ ਇੱਕ ਬੱਚੇ ਨੇ ਨੌਕ ਕੀਤਾ। ਮੈਂ ਜਦੋਂ ਬਾਹਰ ਦੇਖਿਆ ਜਾ ਕੇ ਤੇ ਉਹ ਮੁਫਤੀ ਸਾਹਿਬ ਦੇ ਮਦਰਸੇ ਦਾ ਤਾਲਿਬ ਇਲਮ ਸੀ। ਉਸਨੇ ਹੱਥ ਦੇ ਵਿੱਚ ਰਸੀਦ ਫੜੀ ਹੋਈ ਸੀ ਜਿਹੜਾ ਮੈਂ ਮਦਰਸੇ ਦੀ ਖਿਦਮਤ ਵਾਸਤੇ ਪੇਸ਼ ਕੀਤੇ ਸਨ। ਉਹ ਮੈਂ ਰਸੀਦ ਦੇਖ ਕੇ ਫੌਰੀ ਤੌਰ ਦੇ ਉੱਤੇ ਬੜਾ ਹੈਰਾਨ ਹੋਇਆ ਔਰ ਦਿਲ ਦੇ ਵਿੱਚ ਖੁਸ਼ੀ ਵੀ ਹੋਈ ਕਿ ਉਹ ਜਿਹੜੀ ਆਪਣੀ ਜ਼ਿੰਮੇਵਾਰੀ ਉਹਨਾਂ ਦੀ ਦੀਨ ਦੀ ਖਿਦਮਤ ਵਾਸਤੇ ਉਹਨੂੰ ਹਰ ਤਰੀਕੇ ਦੇ ਨਾਲ ਨਿਭਾਉਂਦੇ ਨੇ ਔਰ ਕੋਸ਼ਿਸ਼ ਕਰਦੇ ਨੇ ਕਿ ਜਿਹੜੇ ਫੰਡਸ ਮਦਰਸੇ ਨੇ ਲੋਕੀ ਦਿੰਦੇ ਨੇ ਉਹਨਾਂ ਦੀ ਰਸੀਦ ਲਾਜ਼ਮੀ ਹੋਣੀ ਚਾਹੀਦੀ ਹੈ ਔਰ ਉਹ ਉਹਨਾਂ ਮੈਨੂੰ ਭੇਜ ਦਿੱਤੀ। ਉਸ ਤੋਂ ਬਾਅਦ ਵੀ ਕਈ ਦਫਾ ਐਸੇ ਮਾਮਲਾਤ ਹੋਏ, ਲੇਕਿਨ ਉਹਨਾਂ ਕਿਹਾ ਕਿ ਬੇਟਾ ਮੇਰੇ ਦੋਸਤ ਦਾ, ਮੇਰੇ ਭਾਈ ਦਾ ਤੂੰ ਬੇਟਾ ਹੈ, ਮੇਰਾ ਵੀ ਪੁੱਤਰ ਲੱਗਣਾ ਹੈ, ਲੇਕਿਨ ਜਿਹੜੇ ਮਾਮਲਾਤ ਦੀਨ ਦੇ ਨੇ, ਮਦਰਸੇ ਦੇ ਨੇ, ਉਹ ਸਾਫ਼ ਔਰ ਸ਼ਫਾਫ ਹੋਣੇ ਚਾਹੀਦੇ ਨੇ। ਇਸੇ ਤਰ੍ਹਾਂ ਉਹਨਾਂ ਆਪਣੀ ਜ਼ਿੰਦਗੀ ਨੂੰ ਵੀ ਸਾਫ਼ ਔਰ ਸ਼ਫਾਫ ਰੱਖਿਆ। ਸਾਰੀ ਜ਼ਿੰਦਗੀ ਦੀਨ ਦੀ ਖਿਦਮਤ ਕਰਦੇ ਰਹੇ, ਮਦਰਸੇ ਵੀ ਬਣਾਉਂਦੇ ਰਹੇ, ਮਸਜਿਦ ਦੇ ਵਿੱਚ ਵਾਜ਼ ਵੀ ਕਰਦੇ ਰਹੇ, ਜੁਮੇ ਦੀ ਤਕਰੀਰ ਵੀ ਕਰਦੇ ਰਹੇ, ਈਦਾਂ ਵੀ ਪੜ੍ਹਾਉਂਦੇ ਰਹੇ ਔਰ ਹਜ਼ਾਰਾਂ ਤਾਲਿਬ ਇਲਮ ਉਹਨਾਂ ਦੇ ਸ਼ਾਗਿਰਦ ਹੋਏ ਜਿਹੜੇ ਇਸ ਵਕਤ ਬੜੇ ਬੜੇ ਨਾਮੀ ਗ੍ਰਾਮੀ ਵੀ ਹੈ ਨੇ। ਲੇਕਿਨ ਕਮੀ ਸਿਰਫ ਇਸ ਗੱਲ ਦੀ ਮੈਨੂੰ ਮਹਿਸੂਸ ਹੋਈ ਹੈ ਕਿ ਉਹਨਾਂ ਦੇ ਬਾਰੇ ਦੇ ਵਿੱਚ 1 ਸਾਲ ਗੁਜ਼ਰਨ ਤੋਂ ਬਾਅਦ ਵੀ ਮਕਾਮੀ ਤੌਰ 'ਤੇ ਬਾਹਰਦਿਆਂ ਦੀ ਅਸੀਂ ਗੱਲ ਨਹੀਂ ਕਰਦੇ, ਕਿਉਂਕਿ ਬਾਹਰਦਿਆਂ ਦਾ ਸਾਨੂੰ ਕੋਈ ਪਤਾ ਨਹੀਂ ਕਿ ਉਹ ਕਿਸ ਵਕਤ ਕਿਸ ਤਰ੍ਹਾਂ ਯਾਦ ਕਰ ਰਹੇ ਨੇ ਮੁਫਤੀ ਸਾਹਿਬ ਨੂੰ ਜਾਂ ਨਹੀਂ ਕਰ ਰਹੇ। ਲੇਕਿਨ ਮਕਾਮੀ ਤੌਰ 'ਤੇ ਅਫਸੋਸ ਹੋਇਆ ਕਿ ਇੱਥੋਂ ਦੇ ਲੋਕ ਉਹਨਾਂ ਨੂੰ ਭੁੱਲ ਗਏ ਨੇ ਔਰ ਉਸ ਭੁੱਲਣ ਦੇ ਮਕਾਮੀ ਤੌਰ 'ਤੇ ਜਿਹੜੇ ਉਹਨਾਂ ਦੇ ਸ਼ਾਗਿਰਦ ਨੇ ਜਾਂ ਜਿਹੜੇ ਉਹਨਾਂ ਦੇ ਤਲਕ ਵਾਲੇ ਨੇ, ਕਰੀਬੀ ਸਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ, ਉਹ ਤਕਰੀਬਨ ਲੋਕ ਸਾਨੂੰ ਮਹਿਸੂਸ ਹੋ ਰਿਹਾ ਕਿ ਉਹਨਾਂ ਨੂੰ ਉਹ ਲੋਕ ਭੁੱਲ ਗਏ ਨੇ। ਜਿਹੜੇ ਉਹਨਾਂ ਦੇ ਬੇਟੇ ਵੀ ਬਣੇ ਸਨ, ਹਮਦਰਦ ਵੀ ਬਣੇ ਸਨ, ਅੱਜ ਉਹ ਅਫਸੋਸ ਨਾਲ ਇਹ ਗੱਲ ਕਹਿਣੀ ਚਾਹ ਰਿਹਾ ਕਿ ਉਹ ਉਹਨਾਂ ਨੂੰ ਦਿਲ 'ਚ ਤਾਂ ਰੱਖਦੇ ਹੋਣਗੇ, ਲੇਕਿਨ ਜ਼ਾਹਰੀ ਤੌਰ 'ਤੇ ਉਹਨਾਂ ਦਾ ਨਾਂ ਲੈਣ ਤੋਂ ਕਤਰਾਉਂਦੇ ਨੇ ਜਾਂ ਪਰੇਸ਼ਾਨ ਹੋ ਜਾਂਦੇ ਨੇ। ਇਸ ਵਜ੍ਹਾ ਦੀ ਸਾਨੂੰ ਕੋਈ ਖਬਰ ਨਹੀਂ ਕਿ ਇਹ ਕੀ ਵਜ੍ਹਾ। ਲਿਹਾਜ਼ਾ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਉਹਨਾਂ ਦਾ ਨਾਂ ਜ਼ਿੰਦਾ ਰੱਖੀਏ, ਕਿਸੇ ਨਾ ਕਿਸੇ ਹਵਾਲੇ ਦੇ ਨਾਲ ਉਹਨਾਂ ਦਾ ਨਾਮ ਜਿੱਥੇ ਜ਼ਰੂਰਤ ਪਵੇ ਲੈਂਦੇ ਰਹੀਏ। ਜਿਹੜੀ ਉਹਨਾਂ ਦੁਨੀਆ ਦੇ ਉੱਤੇ ਦੀਨ ਦੀ ਖਿਦਮਤ ਕੀਤੀ ਹੈ ਉਹਦੇ ਹਵਾਲੇ ਦੇ ਨਾਲ ਉਹਨਾਂ ਦਾ ਜ਼ਿਕਰ ਕਰਦੇ ਰਹੀਏ ਤਾਂ ਕਿ ਲੋਕੀ ਉਹਨਾਂ ਦੇ ਨਾਂ ਨੂੰ ਭੁੱਲਣ ਨਾ। ਇਸੇ ਹਵਾਲੇ ਨਾਲ ਹੀ ਅੱਜ ਦੀ ਮੈਂ ਇਹ ਛੋਟੀ ਜਿਹੀ ਵੀਡੀਓ ਬਣਾਈ ਹੈ ਅਤੇ ਉਮੀਦ ਕਰਦਾ ਵਾਂ ਕਿ ਇਸ ਵੀਡੀਓ ਦੇ ਵਿੱਚ ਤੁਸੀਂ ਮੈਨੂੰ ਦੱਸੋਗੇ ਕਿ ਮੇਰੇ ਕੋਲ ਕਿੱਥੇ ਗਲਤੀ ਹੋਈ ਔਰ ਕਿਹੜੀ ਗੱਲ ਮੈਨੂੰ ਉਹਨਾਂ ਦੇ ਬਾਰੇ 'ਚ ਦੱਸਣੀ ਚਾਹੀਦੀ ਸੀ, ਕਿਉਂਕਿ ਵੀਡੀਓ ਬਹੁਤ ਹੀ ਲੰਬੀ ਹੋ ਜਾਏ ਤੇ ਲੋਕੀ ਵੇਖਣ ਤੋਂ ਕਤਰਾਉਂਦੇ ਨੇ ਔਰ ਸਾਡਾ ਜਿਹੜਾ ਮਕਸਦ ਹੈ ਵੀਡੀਓ ਬਣਾਉਣ ਦਾ, ਬਿਆਨ ਕਰਨ ਦਾ, ਉਹ ਫਿਰ ਪੂਰਾ ਨਹੀਂ ਹੁੰਦਾ। ਇਹ ਇੱਕ ਮੈਂ ਵਾਕਿਆ ਜਾਂ ਇੱਕ ਗੱਲ ਸੁਣਾਈ ਹੈ ਮੁਫਤੀ ਸਾਹਿਬ ਦੇ ਬਾਰੇ 'ਚ, ਕਿਉਂਕਿ ਮੈਂ ਬੜੀਆਂ ਜ਼ਿਆਦਾ ਗੱਲਾਂ ਉਹਨਾਂ ਦੀਆਂ ਸੁਣਾ ਸਕਦਾ ਵਾਂ, ਲੇਕਿਨ ਵਕਤ ਦੀ ਕਿੱਲਤ ਦੀ ਵਜ੍ਹਾ ਤੋਂ ਮੈਂ ਚੰਦ ਇੱਕ ਗੁਜ਼ਾਰਿਸ਼ਾਂ ਤੁਹਾਡੇ ਅੱਗੇ ਕੀਤੀਆਂ ਨੇ ਮੁਫਤੀ ਸਾਹਿਬ ਦੇ ਬਾਰੇ 'ਚ। ਮਜ਼ੀਦ ਅੱਗੇ ਜਾ ਕੇ ਮੈਂ ਕੁਛ ਵੀਡੀਓ ਦੇ ਵਿੱਚ ਕਦੀ ਨਾ ਕਦੀ ਜ਼ਿਕਰ ਕਰਦਾ ਰਹਾਂਗਾ ਤਾਂ ਕਿ ਉਹਨਾਂ ਦਾ ਨਾਂ ਤੁਹਾਡੇ ਜ਼ਿਹਨਾਂ ਦੇ ਵਿੱਚ ਬਣਿਆ ਰਵੇ, ਸਜਿਆ ਰਵੇ ਔਰ ਉਹਨਾਂ ਦੇ ਜਿਹੜੇ ਕਿਰਦਾਰ ਨੇ ਜਿਉਂ-ਜਿਉਂ ਪਤਾ ਲੱਗਣਗੇ, ਕਿਉਂਕਿ ਸਾਡੀ ਕੁਰਬਤ ਥੋੜ੍ਹੀ ਸੀ ਉਹਨਾਂ ਨਾਲ ਔਰ ਜਿਹੜੇ ਸ਼ਾਗਿਰਦ ਸਨ ਉਹਨਾਂ ਦੀ ਜ਼ਿਆਦਾ ਸੀ। ਹੱਕ ਉਹਨਾਂ ਦਾ ਜ਼ਿਆਦਾ ਬਣਦਾ ਹੈ ਕਿ ਉਹ ਉਹਨਾਂ ਦੇ ਨਾਂ ਨੂੰ ਜ਼ਿੰਦਾ ਰੱਖਣ। ਲੇਕਿਨ ਸਾਡੀ ਜਿੰਨੀ ਕੁ ਕੋਸ਼ਿਸ਼ ਹੈ ਉਹ ਅਸੀਂ ਕੋਸ਼ਿਸ਼ ਕਰਦੇ ਰਵਾਂਗੇ
ਔਰ ਇਸ ਕੋਸ਼ਿਸ਼ ਦਾ ਮਕਸਦ ਸਿਰਫ ਇੰਨਾ ਕੋਈ ਹੋਏਗਾ ਕਿ ਉਹਨਾਂ ਦੇ ਨਾਂ ਨੂੰ ਜ਼ਿੰਦਾ ਰੱਖਿਆ ਜਾਏ। ਜ਼ਿੰਦਾ ਰੱਖਣ ਦਾ ਮਕਸਦ ਇਹ ਵੇ ਕਿ ਉਹਨਾਂ ਜਿਹੜੀ ਹਿਦਮਤ ਕੀਤੀ ਦੀਨ ਦੀ, ਉਹ ਹਿਦਮਤ ਤੁਹਾਡੇ ਤੱਕ ਪਹੁੰਚਾਈ ਜਾਏ। ਕਿਸ ਤਰੀਕੇ ਦੇ ਨਾਲ ਉਹ ਕਰਦੇ ਨੇ ਦੀਨ ਦੀ ਹਿਦਮਤ। ਅਤੇ ਆਖਿਰ 'ਤੇ ਮੈਂ ਇੱਕ ਗੱਲ ਕਰਾਂਗਾ ਕਿ ਅੱਜ ਜਿਹੜੇ ਮਦਰਸੇ ਦੇ ਬਿਲਡਿੰਗ ਦੇ ਵਿੱਚ ਮੁਫਤੀ ਸਾਹਿਬ ਦੀ ਕਬਰ ਮੁਬਾਰਕ ਹੈ, ਉਹ ਮਦਰਸੇ ਦੇ ਪੈਸਿਆਂ ਦੇ ਨਾਲ ਬਣੀ ਹੈ। ਲੇਕਿਨ ਇੱਕ ਗੱਲ ਜਿਹੜੀ ਹੈ ਉਹਨਾਂ ਦੀ ਇਮਾਨਦਾਰੀ ਵਾਲੀ, ਉਹਨਾਂ ਦੇ ਅੱਛੇ ਹੋਣ ਦੀ ਦਲੀਲ ਜਿਹੜੀ ਹੈ ਉਹ ਇਹ ਵੇ ਕਿ ਉਸ ਬਿਲਡਿੰਗ ਦੇ ਵਿੱਚ ਇੱਕ ਮਰਲਾ ਜਗ੍ਹਾ ਉਹਨਾਂ ਆਪਣੇ ਜ਼ਾਤੀ ਪੈਸਿਆਂ ਦੇ ਨਾਲ ਖਰੀਦੀ, ਤਾਂ ਕਿ ਜਦੋਂ ਮੈਂ ਦੁਨੀਆ ਤੋਂ ਰੁਖਸਤ ਹੋਵਾਂ ਅਤੇ ਉੱਥੇ ਮੇਰੀ ਕਬਰ ਬਣੇ ਅਤੇ ਮੇਰੇ ਜ਼ਾਤੀ ਪੈਸਿਆਂ ਨਾਲ ਜਿਹੜੀ ਖਰੀਦੀ ਹੋਈ ਜਗ੍ਹਾ ਉਹਦੇ ਉੱਤੇ ਬਣੇ। ਮੁਫਤੀ ਸਾਹਿਬ ਦਾ ਕਿਰਦਾਰ ਦੁਨੀਆ ਦੇ ਉੱਤੇ ਇਸ ਤਰ੍ਹਾਂ ਦਾ ਸੀ, ਸਮਝ ਲਓ ਕਿ ਹਰ ਉਹ ਕੰਮ ਜਿਹੜਾ ਉਹ ਕਰਦੇ ਸਨ ਜ਼ਾਤੀ ਤੌਰ 'ਤੇ, ਉਹਦੇ ਪੈਸੇ ਦਾ ਇਸਤੇਮਾਲ ਵੀ ਜ਼ਾਤੀ ਤੌਰ 'ਤੇ ਜਿਹੜੀ ਉਹਨਾਂ ਦੀ ਤਨਖਾਹ ਹੁੰਦੀ ਸੀ ਉਹਦੇ ਵਿੱਚ ਉਹ ਕਰਦੇ ਹਨ। ਉਹ ਮਸਜਿਦ ਦੇ ਜਾਂ ਮਦਰਸੇ ਦੇ ਪੈਸੇ ਨੂੰ ਨਹੀਂ ਸਨ ਛੇੜਦੇ ਔਰ ਨਾ ਆਪਣੀ ਜ਼ਾਤ ਉੱਤੇ ਉਹ ਇਸਤੇਮਾਲ ਕਰਦੇ ਹਨ। ਇਹ ਆਖਰ 'ਤੇ ਗੱਲ ਸੁਣਾਉਣ ਦਾ ਮਕਸਦ ਇਹ ਵੇ ਕਿ ਮੁਫਤੀ ਸਾਹਿਬ ਦੀ ਜ਼ਿੰਦਗੀ ਇੰਨੀ ਸਾਫ਼ ਔਰ ਸ਼ਫਾਫ ਜ਼ਿੰਦਗੀ ਹੈ। ਉਹਨਾਂ ਦੀਨ ਦੀ ਜਿਹੜੀ ਹਿਦਮਤ ਕੀਤੀ ਹੈ ਉਹ ਖਾਲਿਸਤਾਨ ਆਪਣੀ ਆਖਰਤ ਨੂੰ ਸੰਵਾਰਨ ਵਾਸਤੇ ਕੀਤੀ ਹੈ। ਔਰ ਇਹ ਮੈਸੇਜ ਦਿੱਤਾ ਸਾਨੂੰ ਦੁਨੀਆਦਾਰਾਂ ਨੂੰ ਕਿ ਤੁਸੀਂ ਅਗਰ ਦੁਨੀਆ ਆਪਣੀ ਚਲਾਉਣੀ ਹੈ ਤੇ ਇਸ ਤਰੀਕੇ ਨਾਲ ਚਲਾਇਆ ਜੇ ਕਿ ਦੀਨ ਦੀ ਵੀ ਹਿਦਮਤ ਕਰਿਆ ਜੇ, ਲੇਕਿਨ ਦੀਨ ਦੀ ਹਿਦਮਤ ਕਰਦਿਆਂ ਆਪਣੇ ਵਿੱਚ ਜ਼ਾਤੀ ਮਫਾਦਾਤ ਨਾ ਰੱਖਿਆ ਜੇ, ਕਿਉਂਕਿ ਤੁਹਾਡੀ ਆਖਰਤ ਇਸੇ ਤਰ੍ਹਾਂ ਸੰਵਰ ਸਕਦੀ ਹੈ। ਅੱਜ ਲਈ ਇੰਨਾ ਹੀ। ਅਗਲੀ ਵੀਡੀਓ ਤੱਕ ਲਈ ਸਾਨੂੰ ਇਜਾਜ਼ਤ ਦਿਓ। ਇਸ ਵੀਡੀਓ ਨੂੰ ਲਾਈਕ ਕਰਿਆ ਜੇ, ਸ਼ੇਅਰ ਕਰਿਆ ਜੇ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੇ ਔਰ ਮੇਰੇ ਫੇਸਬੁੱਕ ID ਮੁਹੰਮਦ ਸ਼ਬੀਰ ਨੂੰ ਫਾਲੋ ਕਰਿਆ ਜੇ। ਅੱਲਾਹ ਤਾਲਾ ਸਾਡਾ ਅਤੇ ਤੁਹਾਡਾ ਹਾਮੀ ਨਾਸਿਰ ਹੋਵੇ। ਅੱਲਾ ਨਿਗਹਿਬਾਨ।